5 बार रह चुके MLA मौजूदा MLA भी ने बहुत सत्कारयोग सरदार परविंदर सिंह जी ढींडसा साहब को कि वो विस्तार तुहानू दसणगे कि अज पंजाब की सियासत किधर जा रही है, अज पंजाब के हालात की ने, पिछे की होया अगे की होना है, विस्तार चानना पाउणगे ते तुहाडा सारिआं दा धन्नवाद करनगे। सरदार परविंदर सिंह जी ढींडसा खजाना मंत्री साहब जी, सत्कारयोग समुचे हल्के सतोगढ़ जो आए मेरे बुजुर्ग श्रोमणी अकाली दल संयुक्त की समुची लीडरशिप, समुची प्रेस, सारे सब तो पहला मैं हथ जोड़ के फतेह अर्ज करदा। बुलाओ फतेह। वाहिगुरू जी का खालसा, वाहिगुरू जी की फतेह। थोड़ा सारिਆਂ ਦਾ बहुत बहुत धन्यवाद जो तुसीं समय जो समा कट के इत्थे आए ਅਤੇ ਨਾਲ ਹੀ मैं ਵਧਾਈ ਦੇਣਾ ਚਾਹੁੰਦਾ ਸਾਡੇ ਵੀਰ ਗੁਰਸੇਵਕ ਸਿੰਘ ਉਹਨਾਂ ਨੂੰ, ਸਰਦਾਰ ਦਰਬਾਰਾ ਸਿੰਘ ਜੀ, ਉਹਨਾਂ ਦੇ ਸਾਰੇ ਸਾਥੀ, ਸਾਡੇ ਨੌਜਵਾਨ ਆਗੂ, ਇਹਨਾਂ ਦੀ ਟੀਮ ਜਿਨ੍ਹਾਂ ਨੇ ਉਦਮ ਕਰਕੇ ਅੱਜ ਦਾ ਸਮਾਗਮ ਕਰਾਇਆ। ਤੇ ਆਪਾਂ ਅੱਜ ਕਿਸ ਵਾਸਤੇ ਇਕੱਠੇ ਹੋਏ ਆ, ਕਿਸ ਮਕਸਦ ਲਈ ਇਹ ਵਿਚਾਰਾਂ ਹੋ ਰਹੀਆਂ, ਤੁਸੀਂ ਸਾਰੇ ਜਾਣਦੇ ਹੋ। ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬੜਾ ਵੱਡਾ ਫੈਸਲਾ ਲੈਣ ਜਾ ਰਹੇ ਹੋ ਕਿ ਪੰਜਾਬ ਦੀ ਬਾਗਡੋਰ ਚ ਕਿਹਨੂੰ ਸੰਭਾਲਣਾ। ਪਰ ਨਾਲ ਹੀ ਮੈਂ ਸਮਝਦਾ ਤੇ ਸਾਡਾ ਇਹ ਪਾਰਟੀ ਬਣਾਉਣ ਦਾ ਮਨੋਰਥ ਕੀ ਸੀ, ਇਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਉਣ ਦੀ ਲੋੜ ਕਿਉਂ ਪਈ? ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ, ਉਹਦੇ ਵਿੱਚ ਜੋ ਹਾਲਾਤ ਪੈਦਾ ਹੋ ਗਏ, ਜਿਸ ਤਰੀਕੇ ਦੇ ਨਾਲ ਜੋ ਵਿਚਾਰਧਾਰਾ ਸੀ ਪਾਰਟੀ ਦੀ, ਜੋ ਪਾਰਟੀ ਦੇ ਸਿਧਾਂਤ ਸੀ, ਉਹਨਾਂ ਨੂੰ ਛਿੱਕੇ ਤੱਕ ਕੇ ਫੈਸਲੇ ਲੈਣ ਜਾਣ ਲੱਗੇ ਤਾਂ ਬਹੁਤ ਲੀਡਰਾਂ ਨੂੰ ਇਹ ਗੱਲ ਜਿਹੜੀ ਹੈ ਪਸੰਦ ਨਹੀਂ ਆਈ। ਤੁਸੀਂ ਦੇਖੋਗੇ ਜਿਹੜੇ ਪੁਰਾਣੇ ਲੀਡਰ ਜਿਨ੍ਹਾਂ ਨੇ ਪਾਰਟੀ ਵਾਸਤੇ ਜੇਲ੍ਹਾਂ ਕੱਟੀਆਂ, ਪਾਰਟੀ ਦੀ ਕੁਰਬਾਨੀਆਂ ਕੀਤੀਆਂ, ਉਹ ਸਾਰੇ ਜਿਹੜਾ ਪਾਰਟੀ ਤੋਂ ਦੁਖੀ ਹੋ ਕੇ ਅੱਜ ਬਾਹਰ ਹੋ ਗਏ। ਕਿਉਂ? ਕਿਉਂਕਿ ਨਾ ਤਾਂ ਉਹਨਾਂ ਦੀ ਕੋਈ ਗੱਲ ਸੁਣੀ ਗਈ ਪਾਰਟੀ ਨੂੰ ਸੁਧਾਰਨ ਵਾਸਤੇ, ਤੇ ਉਹ ਆਪਣੇ ਆਪ ਨੂੰ ਮਾਯੂਸ ਮਹਿਸੂਸ ਕਰਨ ਲੱਗੇ ਕਿ ਜਿਹੜੀ ਪਾਰਟੀ ਵਾਸਤੇ ਅਸੀਂ ਐਡਾ ਵੱਡਾ ਕੁਰਬਾਨੀਆਂ ਕੀਤੀਆਂ ਜਾਂ ਜਿਹਦਾ ਐਡਾ ਵੱਡਾ ਇਤਿਹਾਸ ਹੈ, ਉਹਦਾ ਇਹ ਹਾਲਾਤ ਅਸੀਂ ਦੇਖ ਨਹੀਂ ਸਕਦੇ। ਜਿਸ ਤਰੀਕੇ ਦੇ ਨਾਲ ਸਿਰਫ ਸਰਮਾਏਦਾਰੀ ਜੋਰ ਫੜ ਗਈ। ਅਕਾਲੀ ਦਲ ਪਾਰਟੀ ਸੀ ਵਰਕਰਾਂ ਦੀ, ਅਕਾਲੀ ਦਲ ਪਾਰਟੀ ਸੀ ਸਿਧਾਂਤਾਂ ਤੇ ਅੱਜ ਅਕਾਲੀ ਦਲ ਪਾਰਟੀ ਸਿਰਫ ਪੈਸੇ ਵਾਲੀ ਪਾਰਟੀ ਹੋ ਕੇ ਰਹੀ। ਜਿਹੜਾ ਕੋਈ ਵੱਡੇ, ਤੁਸੀਂ ਦੇਖੋ ਕੋਈ ਸਿਧਾਂਤ ਨਹੀਂ, ਕੋਈ ਵਿਚਾਰਧਾਰਾ ਨਹੀਂ, ਵੱਡੇ ਵੱਡੇ ਸਰਮਾਏਦਾਰ ਨੂੰ ਲਿਆ ਕੇ ਟਿਕਟਾਂ ਦੇ ਦਿੱਤੀਆਂ ਕਿ ਤੁਸੀਂ ਚੱਕੋ, ਤੁਹਾਨੂੰ ਟਿਕਟ ਦੇ ਦਿੱਤੀ। ਬਰਨਾਲੇ ਸਾਡੇ ਹਾਲ ਕੀ ਹੋਇਆ, ਉਹ ਸਾਡੇ ਪ੍ਰਾਈਵੇਟ ਇੰਡਸਟਰੀ ਵਾਲਾ ਬਹੁਤ ਵੱਡਾ ਅਮੀਰ ਅਰਬਾਪਤੀ ਬੰਦਾ ਹੈ, ਉਹਨੂੰ ਟਿਕਟ ਦੇ ਦਿੱਤੀ ਵੀ ਤੂੰ ਲੜ ਜਾਓ, ਕਹਿੰਦਾ ਮੈਂ ਤਾਂ ਲੜਦਾ ਨਹੀਂ। ਪਿਛਲੀ ਵਾਰੀ ਉਹ ਕਹਿੰਦੇ ਤੂੰ ਜਿਹਨੂੰ ਮਰਜ਼ੀ ਲੜਾ, ਉਹਨੇ ਕਾਂਗਰਸ ਤੋਂ ਇੱਕ ਬੰਦਾ ਪੰਮੀ ਸਿੰਘੀਆ MLA ਸੀ, ਉਹਨੂੰ ਲਿਆ ਕੇ ਕਾਂਗਰਸ ਚੋਣ ਸਰਟੀਫਿਕੇਟ ਦੇ ਦਿੱਤੇ। ਸਾਰੇ ਝਾੜ ਕੇ ਰਹਿ ਗਿਆ ਕਿ ਸਾਡੇ ਪੂਰੀ ਤੋਂ ਉਹ ਨਾਭੇ ਤੋਂ ਇੱਕ ਟਰੈਕਟਰਾਂ ਦਾ ਵੱਡੀ ਫੈਕਟਰੀ ਹੈ, ਪ੍ਰੀਤ ਟਰੈਕਟਰਾਂ ਦੇ ਮਾਲਕ ਨੂੰ ਲਿਆ ਕੇ ਨਾਭੇ ਤੋਂ ਪੂਰੀ ਤੋਂ ਟਿਕਟ ਦੇ ਦਿੱਤੀ, ਦੇ ਪੱਤਰ ਝਾਕੀ ਗਈ। ਤੇ ਇਸੇ ਤਰ੍ਹਾਂ ਮਲੇਰਕੋਟਲੇ ਤੋਂ ਇੱਕ ਕਾਰਖਾਨੇਦਾਰ ਸਰਮਾਏਦਾਰ ਜਿਹੜਾ ਕਾਂਗਰਸੀ ਸੀ ਹੁਣ ਤੱਕ ਜਮਾਤ ਨੂੰ, ਉਹਨੂੰ ਲਿਆ ਕੇ ਟਿਕਟ ਦਿੱਤੀ। ਹੁਣ ਹੱਥ ਜੋੜ ਕੇ ਕਹਿੰਦਾ ਮੈਂ ਨਹੀਂ ਤੁਹਾਨੂੰ ਟਿਕਟ ਦਿੰਦਾ। ਸੋ ਪਾਰਟੀ ਦੇ ਵਿੱਚ ਵਰਕਰਾਂ ਦੀ ਕੁਝ ਖਤਮ ਹੋਣੀ ਤੇ ਇਹ ਸੋਚ ਬਣ ਜਾਣੀ ਕਿ ਪੈਸਾ ਕਮਾਓ ਤੇ ਇਲੈਕਸ਼ਨਾਂ ਜਿੱਤੋ।
समाजी लोग ਜਿਹੜਾ ਹੈ ਉਹਦਾ ਨਾਂ ਸੁਣਨ ਨੂੰ ਤਿਆਰ ਨਹੀਂ। ਮੈਂ ਤੁਹਾਨੂੰ ਹੈਰਾਨੀ ਵਾਲੀ ਗੱਲ ਦੱਸਦਾ, ਆ ਬੀਬੀ ਬੈਠੀ ਹੈ ਰਮਨਦੀਪ ਕੌਰ, ਜਿਹੜੇ ਤੁਹਾਡੇ ਜ਼ਿਲ੍ਹੇ ਦੇ ਮੈਂ ਜਦ ਮਿਲਿਆ ਇਹਨਾਂ ਨੂੰ, ਮੈਂ ਬੀਬੀ ਜੀ ਤੁਸੀਂ ਬੀਬਾ ਜੀ ਤੁਸੀਂ ਆਓ ਪਾਰਟੀ ਦੇ ਵਿੱਚ, ਕਹਿੰਦੀ ਪਹਿਲਾਂ ਤਾਂ ਮੈਨੂੰ ਜਿਹੜੇ ਸਾਡੇ ਨੌਜਵਾਨ ਸਾਥੀ ਉਹਨਾਂ ਨੇ ਬੀਬੀ ਇਹਨਾਂ ਨੂੰ ਅਪਰੋਚ ਕੀਤੀ, ਕਹਿੰਦੇ ਮੇਰੇ ਮਨ 'ਚ ਤਾਂ ਇਹ ਸੀ ਵੀ ਇਹ ਅਕਾਲੀ ਦਲ ਦੀ ਐਡੀ ਨਫ਼ਰਤ ਪੈਦਾ ਹੋਈ ਹੋਈ ਸੀ ਕਿ ਮੈਂ ਆਉਣ ਨੂੰ ਤਿਆਰ ਨਹੀਂ ਸੀ। ਫਿਰ ਅਸੀਂ ਸਮਝਾਇਆ ਉਹਨਾਂ ਨੂੰ ਕਿ ਨਹੀਂ, ਇਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੈ। ਅਸੀਂ ਇੱਕ ਸੋਚ ਲੈ ਕੇ ਚੱਲੇ ਹਾਂ, ਸਾਡੇ ਵਾਸਤੇ ਇਕੱਲੀ ਸੱਤਾ ਹਾਸਲ ਕਰਨਾ ਸਾਡਾ ਨਿਸ਼ਾਨਾ ਨਹੀਂ ਹੈ। ਜੇ ਅਸੀਂ ਸੱਤਾ ਹਾਸਲ ਕਰਨ ਦੇ ਨਿਸ਼ਾਨੇ ਵੱਲ ਹੀ ਭੱਜਣ ਲੱਗ ਪਏ ਤਾਂ ਫਿਰ ਸਿਧਾਂਤ ਫਿਰ ਖਤਮ ਹੋ ਜਾਣਗੇ। ਸਾਡਾ ਨਿਸ਼ਾਨਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਨੂੰ ਬਚਾਉਣਾ, ਉਸ ਜਜ਼ਬੇ ਨੂੰ ਬਚਾਉਣਾ। ਤੇ ਮੈਂ ਇੱਕ ਗੱਲ ਕਹਿਣਾ, ਸ਼੍ਰੋਮਣੀ ਅਕਾਲੀ ਦਲ ਸੋਚ ਤੇ ਵਿਚਾਰਧਾਰਾ ਜਿਉਣੀ ਰਹਿਣ ਦੀ ਬਹੁਤ ਜ਼ਰੂਰੀ ਹੈ ਪੰਜਾਬ ਵਾਸਤੇ। ਨਹੀਂ, ਪੰਜਾਬ ਦਾ ਜਿਹੜੇ ਦੁਸ਼ਮਣ ਨੇ ਉਹ ਹਮੇਸ਼ਾ ਪੰਜਾਬ ਵੱਲ ਝਾਕਦੇ ਰਹਿੰਦੇ ਆ। ਦੇਸ਼ ਦੇ ਵਿੱਚ ਵੀ ਆਪਣੇ ਦੁਸ਼ਮਣ ਨੇ, ਦੇਸ਼ ਤੋਂ ਬਾਹਰ ਵੀ ਆਪਣੇ ਦੁਸ਼ਮਣ ਨੇ, ਜਿਹੜੇ ਕਦੇ ਆਪਣੀ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਕਦੇ ਕੁਛ ਪਾਰ ਹੋ ਕੇ ਨਹੀਂ ਦੇਖਦੇ। ਉਹਦੇ ਵਾਸਤੇ ਸੋਚ ਵਿਚਾਰਧਾਰਾ ਬਚਾ ਕੇ ਰੱਖਣੀ ਜਿਹੜੀ ਸਰਬੱਤ ਦੇ ਭਲੇ ਦੀ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਹੈ। ਤੇ ਉਸ ਵਿਚਾਰਧਾਰਾ ਨੂੰ, ਇਸ ਸੋਚ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ। ਇਹ ਮਿਸ਼ਨ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਚੱਲਿਆ। ਅਸੀਂ ਕੋਈ ਕਿਸੇ ਨੂੰ ਝੂਠੇ ਨਾਅਰੇ ਵਾਅਦੇ ਕਰਕੇ ਕਦੇ ਸਰਕਾਰ ਜਾਂ ਸੱਤਾ ਹਾਸਲ ਕਰਨ ਦਾ ਸਾਡਾ ਕਦੇ ਵੀ ਨਿਸ਼ਾਨਾ ਨਹੀਂ ਹੋਏਗਾ। ਜੋ ਵਾਅਦੇ ਹੋਣਗੇ ਉਹ ਤੱਥਾਂ ਦੇ ਆਧਾਰ ਤੇ ਲੋਕਾਂ ਨਾਲ ਵਾਅਦੇ ਕਰਾਂਗੇ ਤੇ ਉਹ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ। ਤੇ ਤੁਸੀਂ ਦੱਸੋ, ਮੈਂ ਇੱਕੋ ਹੀ ਕਰਦਾ, ਹੁਣ ਪਾਰਟੀਆਂ ਲੱਗੀਆਂ, ਸਾਰੇ ਕਹਿੰਦੇ ਕਿ 300 ਯੂਨਿਟ ਮਾਫ ਕਰਾਂਗੇ, ਕੋਈ ਕਹਿੰਦਾ 400 ਯੂਨਿਟ ਮਾਫ ਕਰਾਂਗੇ, ਕੋਈ ਕਹਿੰਦਾ 1000 ਰੁਪਇਆ ਹਰ 18 ਸਾਲ ਤੋਂ ਉੱਤੇ ਬੀਬੀ ਨੂੰ ਦੇਵਾਂਗੇ। ਇਹ ਹੋ ਗਈ ਵੋਟਾਂ ਖਰੀਦਣ ਦੀ ਰਾਜਨੀਤੀ। ਪੈਸਾ ਦਾ ਲਾਲਚ ਲੈ ਕੇ ਵੋਟਾਂ ਖਰੀਦ ਲਓ ਵੀ ਯਾਰ ਮੈਨੂੰ ਪੈਸੇ ਮਿਲਣਗੇ। ਪਰ ਮੈਂ ਦੱਸਦਾ, ਇਹਨਾਂ ਤੋਂ ਕੋਈ ਵੀ ਝੂਠ ਨਹੀਂ ਚੜ੍ਹਦੇ ਵਾਦੇ। ਮੈਂ ਤਾਂ ਫਾਈਨੈਂਸ ਮਿਨਿਸਟਰ ਰਿਹਾ, ਮੈਨੂੰ ਪਤਾ ਹੈ ਸਾਧਨ ਜੇ ਤੁਸੀਂ ਅਮੀਰ ਤੇ ਗਰੀਬ ਨੂੰ ਇੱਕੋ ਉਹ ਤੋੜ ਦਿਓਗੇ ਤਾਂ ਇਹ ਜਿਹੜਾ ਤੁਸੀਂ ਨਿਆਂ ਨਹੀਂ ਕਰ ਸਕਦੇ। ਛੋਟਾ ਕਿਸਾਨ, ਮਜ਼ਦੂਰ, ਛੋਟਾ ਵਪਾਰੀ, ਉਹਨੂੰ ਸਰਕਾਰ ਦੀ ਮਦਦ ਦੀ ਲੋੜ ਹੈ। ਜਿਹੜੇ ਲੋਕ ਸਰਮਾਏਦਾਰ ਨੇ ਉਹਨਾਂ ਨੂੰ ਕੀ ਲੋੜ ਹੈ? ਉਹ ਚਾਹੁੰਦੇ ਨੇ ਕਿ ਸਾਨੂੰ ਕੋਈ ਤੰਗ ਨਾ ਕਰੇ, ਸਾਨੂੰ ਕੋਈ ਮਹਿਕਮਾ ਤੰਗ ਨਾ ਕਰੇ, ਸਾਨੂੰ ਜਿਹੜੀਆਂ ਸਹੂਲਤਾਂ ਨੇ ਮਿਲਣ। ਸਰਕਾਰ ਦਾ ਖਜ਼ਾਨਾ ਗਰੀਬ ਤੇ ਲੋੜਵੰਦ ਵਾਸਤੇ ਹੋਣਾ ਚਾਹੀਦਾ ਹੈ। ਮੈਂ ਕਹਿੰਦਾ ਜਿਹੜੇ 1000 ਰੁਪਏ ਕਹਿੰਦੇ ਕਿ ਹਰ ਬੀਬੀ ਨੂੰ ਦੇਵਾਂਗੇ, ਮੈਂ ਕਹਿੰਦਾ ਗਰੀਬਾਂ ਨੂੰ ਤੁਸੀਂ 2000 ਰੁਪਏ ਦੇ ਦਿਓ। ਪਰ ਜਿਹੜੇ ਆਪ ਟੈਕਸ ਭਰਦੇ ਨੇ, ਜਿਹੜੇ 50,000 ਰੁਪਇਆ, ਲੱਖ ਰੁਪਇਆ ਮਹੀਨੇ ਦੀ ਤਨਖਾਹ ਲੈਂਦੇ ਨੇ, ਉਹ ਬੀਬੀਆਂ ਨੂੰ 1000 ਰੁਪਏ ਦੀ ਲੋੜ ਹੈ। ਤੁਸੀਂ ਸੋਚ ਕੀ ਲੈ ਕੇ ਚੱਲੇ ਹੋ? ਪੰਜਾਬ ਦਾ ਭਲਾ ਕਿੱਧਰ ਉਹ ਕਰਨਾ ਚਾਹੁੰਦੇ ਹੋ? ਅੱਜ ਲੋੜ ਹੈ, ਨੌਜਵਾਨ ਜਿਹੜਾ ਉਹ ਰੁਜ਼ਗਾਰ ਲੱਭ ਰਹੇ। ਹਰ ਕੋਈ ਦੇਖਦਾ ਕਿ ਮੈਨੂੰ ਸਰਕਾਰੀ ਨੌਕਰੀ ਮਿਲੇ। ਜਿਹੜੀਆਂ ਸਰਕਾਰਾਂ ਇਹ ਦਾਅਵੇ ਦਿੰਦੀਆਂ ਵੀ ਸਾਰਿਆਂ ਨੂੰ ਸਰਕਾਰੀ ਨੌਕਰੀ ਦੇਵਾਂਗੇ, ਉਦੋਂ ਵੱਡੀਆਂ ਝੂਠੀਆਂ ਕੋਈ ਨਹੀਂ। ਸਰਕਾਰ ਦੀ ਲੋੜ ਹੈ ਵੀ ਜਿਹੜੇ ਹੋਣਹਾਰ ਸਾਡੇ ਨੌਜਵਾਨ ਨੇ ਉਹਨਾਂ ਨੂੰ ਜਿਹੜਾ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੇ ਯੋਗ ਬਣਾਓ। ਉਹਨਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਦਿਓ। ਜੇ ਉਹਨੂੰ ਗਰੀਬ ਨੂੰ ਕਿਸੇ ਬੱਚਾ ਹੈ ਸਿਆਣਾ ਆਪਣਾ ਕਾਰੋਬਾਰ ਚਲਾ ਸਕਦਾ, ਉਹਨੂੰ ਕਰਜ਼ੇ ਦੀ ਲੋੜ ਹੈ, ਉਹ ਪੈਸੇ ਭਰਨ ਦੀ ਸਮਰੱਥਾ ਨਹੀਂ ਕਰ ਸਕਦਾ, ਉਹਨੂੰ ਸਰਕਾਰ ਮੁਫਤ ਬਿਨਾਂ ਵਿਆਜ ਤੋਂ ਜਾਂ ਘੱਟ ਵਿਆਜ ਤੇ ਕਰਜ਼ਾ ਦੇਵੇ। ਛੋਟੇ ਕਿਸਾਨ ਨੂੰ ਜਿਹੜਾ ਹੈ ਤੇ ਜਿਹੜਾ ਮੀਡੀਅਮ ਕਿਸਾਨ ਹੈ ਉਹਨਾਂ ਨੂੰ ਵਿਆਜ ਮੁਕਤ ਕਰਜ਼ਾ ਦੇਵੇ, ਜਾਂ ਹਰ ਕਰਜ਼ਾ ਮੈਂ ਕਹਿੰਦਾ 6% ਤੋਂ ਘੱਟ ਦੇਵੇ। ਜਿਹੜੀਆਂ ਕਹਿੰਦੀਆਂ ਅਸੀਂ ਕਰਜ਼ਾ ਮਾਫ ਕਰ ਦਾਂਗੇ, ਤੁਸੀਂ ਕੋਈ ਸਰਕਾਰ ਕਰਜ਼ਾ ਮਾਫ ਨਹੀਂ ਕਰ ਸਕਦੀ। ਸਾਰਾ ਕਰਜ਼ਾ ਕੋਈ ਸਰਕਾਰ ਨਹੀਂ ਮਾਫ ਕਰ ਸਕਦੀ। ਇਹ ਸਿਰਫ ਤੁਹਾਨੂੰ ਵੋਟਾਂ ਤੁਹਾਡੀਆਂ ਲੈਣ ਨੂੰ ਨਾਅਰੇ ਲਾਉਂਦੀਆਂ ਨੇ। ਕੋਈ ਤੁਹਾਨੂੰ 300-400 ਯੂਨਿਟ ਸਾਰਿਆਂ ਨੂੰ ਮਾਫ ਨਹੀਂ ਕਰ ਸਕਦਾ। ਕਿਵੇਂ 72 ਲੱਖ ਕਨੈਕਸ਼ਨ ਹੈ ਪੰਜਾਬ 'ਚ ਘਰਾਂ ਦਾ, 72 ਲੱਖ। ਤੁਸੀਂ ਮੈਂ ਕਹਿਣਾ ਘੱਟੋ ਘੱਟ ਆਪ ਆਪਾਂ 6 ਰੁਪਏ ਯੂਨਿਟ ਲਾ ਲਓ। ਜਿਹੜੇ 300 ਯੂਨਿਟ ਕਹਿੰਦੇ ਨੇ ਉਹਨਾਂ ਦਾ ਬਣ ਗਿਆ 1800 ਕਰੋੜ ਰੁਪਇਆ ਮਹੀਨੇ ਦਾ, ਤੇ ਬਣ ਗਿਆ 20,000 ਕਰੋੜ। ਜਿਹੜੇ ਕਹਿੰਦੇ ਨੇ 400 ਯੂਨਿਟ ਉਹਨਾਂ ਦਾ ਬਣ ਗਿਆ 24, ਜਿਹੜਾ 2200 ਕਰੋੜ ਰੁਪਇਆ ਮਹੀਨੇ ਦਾ।
ਮੁਸਲਮਾਨ ਵਾਲੇ ਕਰ ਜਾਂਦੇ ਇੱਥੋਂ ਕਿਉਂ? ਸਿਰਫ ਇਹਨਾਂ ਦਾ ਨਿਸ਼ਾਨਾ ਕੀ ਹੈ ਵੀ ਕਿਵੇਂ ਅਮਰਿੰਦਰ ਸਿੰਘ ਨੇ ਝੂਠ ਬੋਲ ਕੇ ਸਰਕਾਰ ਬਣਾ ਲਈ, ਆਪਾਂ ਵੀ ਝੂਠ ਬੋਲੋ ਸਰਕਾਰ ਬਣ ਗਈ, ਫੇਰ ਕਿਹਨੇ ਪੁੱਛਣਾ? ਤੇ ਇਹ ਫਿਰ ਲੋਕਾਂ ਨਾਲ ਮੈਂ ਕਹਿੰਦਾ ਇੱਕ ਬੰਦੇ ਨਾਲ ਵੀ ਝੂਠ ਬੋਲਣਾ ਮਾੜਾ ਹੈ, ਇਹਦਾ ਹਜ਼ਾਰਾਂ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਨੇ ਇਹ ਤੋਂ ਵੱਡਾ ਪਾਪ ਕੀ ਹੋ ਸਕਦਾ? ਸੋ ਇਸ ਲਈ ਅੱਜ ਖਾਸ ਤੌਰ ਤੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ, ਅੱਜ ਕੀ ਹੈ ਸਿਆਸਤ, ਸਿੱਧੂ ਨੇ ਆਹ ਕਹਿਤਾ, ਭਗਵੰਤ ਮਾਨ ਨੇ ਆਹ ਕਹਿਤਾ, ਚੰਨੀ ਨੇ ਆਹ ਕਹਿਤਾ, ਮੁੱਦਿਆਂ ਦੀ ਗੱਲ ਕੀਤੀ। ਜਦ ਅਸੀਂ ਕਿਸੇ ਵਿਅਕਤੀ ਵੱਲ ਜਾਂਦੇ ਹਾਂ, ਪਾਰਟੀਆਂ ਦੀ ਸੋਚ ਵਿਚਾਰਧਾਰਾ ਕੀ ਉਹ ਪੰਜਾਬ ਦਾ ਭਵਿੱਖ ਕਿਹਾ ਜਾ ਚਾਹੁੰਦੇ ਨੇ, ਉਹਨੂੰ ਆਪਾਂ ਵਿਚਾਰ ਕੇ ਸੋਚ ਕੇ ਆਪਾਂ ਜਿਹੜਾ ਨਾਲ ਤੁਰੀਏ, ਸਹੀ ਬੰਦੇ ਦੀ ਚੋਣ ਕਰੀਏ। ਮੈਂ ਇੱਕਦਮ ਕਹਿਣਾ ਸਭ ਤੋਂ ਵੱਡੀ ਲੋੜ ਹੈ, ਕੋਈ ਪਾਰਟੀ ਦੇ ਵਿੱਚ ਮੈਂ ਨਹੀਂ ਕਹਿੰਦਾ ਪਾਰਟੀ ਦੀ ਲੀਡਰਸ਼ਿਪ ਮਾੜੀ ਹੋ ਸਕਦੀ ਹੈ, ਪਰ ਚੋਣ ਚੰਗੇ ਬੰਦਿਆਂ ਦੀ ਤੁਸੀਂ ਕਰਨੀ ਹੈ। ਤੁਸੀਂ ਚੰਗੇ ਬੰਦਿਆਂ ਦੀ ਚੋਣ ਕਰਨੀ ਹੈ ਵੀ ਆਹ ਬੰਦਾ ਚੰਗਾ ਹੈ, ਇਹ ਸਾਡੀ ਸਹੀ ਭਾਈਵਾਲਾ, ਸਾਨੂੰ ਲੁੱਟੂਗਾ ਨਹੀਂ, ਸਾਨੂੰ ਲੁੱਟੂਗਾ ਨਹੀਂ। ਅੱਜ ਹਲਕਾ ਇੰਚਾਰਜ ਜਿਹੜਾ ਬਣ ਗਿਆ, ਜਿਹੜਾ ਐਮਐਲਏ ਬਣ ਗਿਆ, ਉਹਨਾਂ ਦਾ ਨਿਸ਼ਾਨਾ ਸਿਰਫ ਇੱਕੋ ਹੀ ਹੈ ਕਿ ਅਸੀਂ ਥਾਣਿਆਂ ਦੇ ਵਿੱਚੋਂ ਵੀ, ਤਹਿਸੀਲਾਂ ਦੇ ਵਿੱਚੋਂ ਵੀ, ਜਿੱਥੋਂ ਵੀ ਪੈਸੇ ਇਕੱਠੇ ਕਰ ਸਕਦੇ ਕਰ ਲਈਏ, ਲੋਕ ਜਾਣ ਪਿੱਛੇ ਕੁਝ ਇਹ ਵਿੱਚ ਸੋਚ ਬਣ ਗਈ। ਤਾਂ ਮੈਂ ਤੁਸੀਂ ਸਾਰੇ ਆਪਣੇ ਇਲਾਕੇ ਦੇ ਆਗੂਆਂ ਨੂੰ ਜਾਣਦੇ ਹੋ, ਤੁਸੀਂ ਆਪਣੇ ਆਪ ਦੇਖੋ ਕਿਹੜੀ ਪਾਰਟੀ, ਕਿਹੜਾ ਆਗੂ ਸਾਨੂੰ ਚੰਗੀ ਸੋਚ ਵੱਲ ਅੱਗੇ ਲਿਜਾ ਸਕਦਾ। ਮੈਂ ਤਾਂ ਅਸੀਂ ਕਹਿੰਦੇ ਹਾਂ, ਅਸੀਂ ਸਾਡਾ ਨਿਸ਼ਾਨਾ ਕਿ ਅਸੀਂ ਇੱਕ ਵੱਡਾ ਫੈਸਲਾ ਹੋ ਕਰ ਰਹੇ ਹਾਂ। ਇਹ ਕਹਿੰਦੇ ਫ੍ਰੀ ਦੇਵਾਂਗੇ, ਅਸੀਂ ਕਹਾਂਗੇ ਅਸੀਂ ਤੁਹਾਨੂੰ ਸਮਰਥ ਬਣਾਵਾਂਗੇ। ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਗਰੀਬ ਨੂੰ, ਜਿਹੜਾ ਗਰੀਬ ਦਰਦ ਹੈ, ਕੋਈ ਛੋਟਾ ਕਿਸਾਨ ਹੈ, ਉਹਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ। ਜੇ ਉਹਦੀ ਮਿਹਨਤ ਦਾ ਮੁੱਲ ਮਿਲੂਗਾ, ਉਹਨੂੰ ਫ੍ਰੀ ਦੀ ਕੋਈ ਲੋੜ ਨਹੀਂ ਪੈਣੀ। ਬਾਹਰਲੇ ਦੇਸ਼ਾਂ 'ਚ ਕੀ ਹੈ, ਬਾਹਰਲੇ ਦੇਸ਼ਾਂ 'ਚ ਤੁਹਾਨੂੰ ਮਿਨੀਮਮ ਵੇਜ ਮਿਲਦਾ ਵੀ ਇਦੋਂ ਘੱਟ ਕੋਈ ਤਨਖਾਹ ਨਹੀਂ ਦੇ ਸਕਦਾ ਕੋਈ ਪੈਸੇ ਤੁਹਾਨੂੰ। ਚਲੋ ਉੱਥੇ ਤਾਂ ਬਹੁਤ ਜ਼ਿਆਦਾ ਦਿੰਦੇ ਨੇ, ਪਰ ਮੈਂ ਸਮਝਦਾ ਇੱਥੇ ਵੀ ਲਾਗੂ ਹੋ ਸਕਦਾ। ਅੱਜ ਪੰਜਾਬ ਦਾ ਮਿਨੀਮਮ ਵੇਜ 9200 ਰੁਪਇਆ ਹੈ। ਮੈਂ ਬੜੀ ਸਟੱਡੀ ਕੀਤੀ ਆ ਕੁਝ ਦਿਨਾਂ ਜੋ ਮੈਂ ਕਿਹਾ ਕੀ ਹਾਲ ਹੈ। ਮੈਂ ਸਮਝਦਾ ਲੋੜ ਹੈ ਪੰਜਾਬ ਦੇ ਦਾ ਮਿਨੀਮਮ ਵੇਜ ਇੱਕ ਮਹੀਨੇ ਦਾ 15000 ਰੁਪਇਆ ਹੋਣਾ ਚਾਹੀਦਾ। ਮਤਲਬ ਕੀ ਹੈ ਕਿ ਜਿਹੜਾ ਮਿਹਨਤ ਕਰਦਾ ਹੈ, ਕੰਮ ਕਰਦਾ 8 ਘੰਟੇ 6 ਦਿਨ ਹਫ਼ਤੇ 'ਚ, ਉਹਨੂੰ ਜਿਹੜਾ ਹੈ ਮਹੀਨੇ ਦੇ 15000 ਰੁਪਏ ਘੱਟੋ ਘੱਟ ਮਿਲਣੇ ਚਾਹੀਦੇ। ਮੈਂ ਸਮਝਦਾ ਗਰੀਬ ਨੂੰ ਝਾਕਣ ਦੀ ਲੋੜ ਹੀ ਨਹੀਂ ਸਰਕਾਰ ਦੀ ਉਸ ਤੋਂ। ਅਸੀਂ ਹਾਂ ਮਦਦ ਕਰੋ ਜਿਹੜੇ ਲੋੜਵੰਦ ਨੇ, ਜੇ ਕੋਈ ਵਿਧਵਾ ਵਿਚਾਰੀ, ਜਿਹੜੇ ਕੋਈ ਅਨਾਥ ਨੇ, ਜਿਹੜੇ ਅਪੰਗ ਨੇ ਜਾਂ ਜਿਹੜੇ ਅਤੀ ਗਰੀਬ ਨੇ, ਉਹਨਾਂ ਦੀ ਸਰਕਾਰ ਮਦਦ ਕਰੇ, ਬਾਕੀਆਂ ਨੂੰ ਇਸ ਯੋਗ ਬਣਾਵੇ ਕਿ ਅਸੀਂ ਉਹ ਆਪਦੇ ਪੈਰਾਂ 'ਤੇ ਖੜੇ ਹੋਣ, ਸੂਬੇ ਦੇ ਵਿਕਾਸ ਦੇ ਹਿੱਸੇਦਾਰ ਬਣਨ। ਇਹ ਕੋਈ ਔਖੀ ਗੱਲ ਨਹੀਂ। ਕੇਰਲਾ ਸੂਬਾ ਹੈ ਦੇਸ਼ ਦਾ ਸਭ ਤੋਂ ਤਰੱਕੀਸ਼ੀਲ, ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਅੱਜ ਕੇਰਲਾ ਹੈ, ਜਿਹੜਾ ਕਦੇ ਪੰਜਾਬ ਹੁੰਦਾ ਸੀ। ਤੇ ਮੈਂ ਕਿੱਥੋਂ ਮੇਰੇ ਮਨ 'ਚ ਗੱਲ ਆਈ, ਅੱਜ ਮੈਂ ਪੜ੍ਹਿਆ ਕਿ ਉੱਥੇ ਮਿਨੀਮਮ ਵੇਜ ਜਿਹੜਾ ਹੈ 15000 ਰੁਪਇਆ ਹੈ। ਬਾਕੀ ਦੇਸ਼ ਦੇ ਵਿੱਚ ਕਿਤੇ 10000, ਕਿਤੇ 9000, ਕਿਤੇ 8000, ਕਿਤੇ 11000, ਉੱਥੇ 15000 ਮਿਨੀਮਮ ਵੇਜ। ਉੱਥੇ ਅਮੀਰ ਤੇ ਗਰੀਬ ਦਾ ਅੰਤਰ ਵੀ ਸਭ ਤੋਂ ਘੱਟ ਹੈ, ਉੱਥੇ ਗਰੀਬੀ ਵੀ ਸਭ ਤੋਂ ਘੱਟ ਹੈ, ਉੱਥੇ ਖੁਸ਼ਹਾਲੀ ਵੀ ਸਭ ਤੋਂ ਵੱਧ ਹੈ। ਤੇ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਇਹ ਤਾਂ ਇੱਕ ਜਿਹੜੀਆਂ ਗੱਲਾਂ ਆਪਾਂ ਵਿਦੇਸ਼ਾਂ ਵੱਲ ਕਿੱਥੇ ਦੇਖੀਏ ਤਾਂ ਇਹ ਸਭ ਤੋਂ ਵੱਡਾ ਜਿਹੜਾ ਹੈ ਕਾਰਨ ਇਹ ਹੈ ਕਿ ਅਸੀਂ ਲੋਕ ਜਿਹੜਾ ਮਿਹਨਤਕਸ਼ ਹੈ, ਉਹਦੀ ਮਿਹਨਤ ਦਾ ਉਹਨੂੰ ਜਦ ਮੁੱਲ ਨਹੀਂ ਮਿਲਦਾ ਤਾਂ ਫਿਰ ਉਹ ਸਰਕਾਰਾਂ ਵੱਲ ਅੱਗੇ ਹੱਥ ਅੱਡ ਲੈਂਦਾ। ਤੇ ਸਰਕਾਰ, ਲੋਕ, ਸਰਕਾਰੀ ਜਿਹੜੀਆਂ ਪਾਰਟੀਆਂ ਉਹ ਦਿਖਾਉਂਦੀਆਂ ਵੀ ਅਸੀਂ ਤੁਹਾਨੂੰ ਜਿਹੜਾ ਆਹ ਅਸੀਂ ਤੁਹਾਨੂੰ ਦੇ ਰਹੇ ਹਾਂ, ਜਿਵੇਂ ਕੋਈ ਮੰਗਤੇ ਨੂੰ ਦਿੰਦਾ ਹੈ, ਪਰ ਅਸਲ ਦੇ ਵਿੱਚ ਉਹਨਾਂ ਦਾ ਹੱਕ ਵੀ ਉਹਨਾਂ ਨੂੰ ਮਿਲ ਰਿਹਾ। ਇਹ ਸਾਰੀਆਂ ਤੁਸੀਂ ਕਿਸਾਨਾਂ ਨੂੰ ਕਰਜ਼ਾ, ਵਿਆਜ ਮੁਕਤ ਕਰਜ਼ਾ ਦਿਓ, ਵਿਆਜ ਤੋਂ ਫ੍ਰੀ। ਛੋਟੇ ਵਪਾਰੀ ਨੂੰ, ਛੋਟੇ ਜਿਹੜਾ ਹੈਗਾ ਨੌਜਵਾਨ ਜਿਹੜੇ ਕਾਰੋਬਾਰ ਸ਼ੁਰੂ ਕਰਦੇ ਉਹਨਾਂ ਨੂੰ ਘੱਟ ਬਹੁਤ ਥੋੜੇ ਵਿਆਜ ਜਾਂ ਬਿਨਾਂ ਵਿਆਜ ਤੋਂ ਕਰਜ਼ਾ ਦਿਓ, ਤਾਂ ਕਿ ਆਪਦੇ ਆਪ ਪੈਸਾ ਕਮਾਉਣ ਤੇ ਤੁਹਾਨੂੰ ਵੀ ਟੈਕਸ ਦੇਣ। ਜਿਹੜਾ ਕੰਮ ਕਰੂਗਾ, ਮਿਹਨਤ ਕਰਕੇ ਪੈਸਾ ਕਮਾਊ, ਸਰਕਾਰ ਨੂੰ ਵੀ ਟੈਕਸ ਦਿਓ, ਸਰਕਾਰ ਵੀ ਖੁਸ਼ਹਾਲ ਹੋਊ, ਲੋਕ ਵੀ ਖੁਸ਼ਹਾਲ ਹੋਣਗੇ। ਸੋ ਮੈਂ ਤੁਹਾਨੂੰ ਬੇਨਤੀ ਕਰਦਾ, ਅਸੀਂ ਇਹ ਜਿਹੜੀ ਇੱਕ ਹੋ ਸਕਦਾ ਬਹੁਤ ਲੋਕ
जब ये मैनीफेस्टो आते हैं लोग पासे भी छड्डते हैं यार ये गल्लां करते हैं, पर गल है कि पंजाब का भविख है जिहड़ा उहनूं आपां इसे तरीके दे नाल जिहड़ा वधिया बना सकते हैं। ते ये जिहड़े लोग लालच दे के या जिहड़े बड़े बड़े ऐलान कर रहे हैं, ये सारियां गारंटियां ये सब गप है, ये झूठ है। इस गल दे विच मैं समझदा पैण की लोड़ नहीं। मैं तुहानूं एक बेनती करदा कि साडी पार्टी एक सोच के असीं चले हैं भी चंगे आगू, चंगी सोच वाले, चंगी दिख वाले आगू जिहड़े उस विचारधारा नूं श्रोमणी अकाली दल नूं अपनाए होण, उन्हां नूं आपां अगे नाल लैके तुरीए। समा आएगा जिहड़ा है दुबारे लोग उस सोच नूं नाल जुड़ के अज भावें आम आदमी पार्टी की लोग गल करते, क्यों गल करते, क्यों? क्योंकि उन्होंने विश्वास चाहे अकाली दल बादल है चाहे कांग्रेस है, उन्होंने नीतियां उन्होंने कामों तो लोगों का विश्वास उठ चुका है। तो उठे भी क्यों ना जिहड़ा जिस तरीके दे नाल सरकारां चलियां, जिस तरीके दे नाल सरकारां फैसले कर रही, जिस तरीके दे नाल लोग पिस रहे हैं, मैं सबका विश्वास उठना सुभाविक है। पर मैं गल होर भी कहना कि पंजाब की अपनी ही पार्टी पंजाब का भला कर सकती है। आपां बाहर जिहड़े आपां कहिए वो कोई अपना भला नहीं कर सकते। जिहड़े ऐलान अज पंजाब च हो रहे हैं वो दिल्ली पुछ लो कि दिल्ली कोई ऐलान होया, एक भी यह जिहड़ियां चीज़ां पंजाब च कह रहे कि असीं करांगे दिल्ली च भी लागू है। सो आपे हर किसी नूं यह है, मैं तुहानूं एक गल दिखाउणा कि श्रोमणी अकाली दल संयुक्त अपनी जो गल कहेगा, जो लोगों के वादा करेगा, वो इन बिलों को लागू करेगा। असीं चार गल्लां घट, चार वादे घट करांगे, पर साडा निशाना पंजाब का भविख दे लई किहड़ा रस्ता सही है, वो असीं जिहड़ा है उस रस्ते ते तुरना चाहुंदे हैं। पंजाब नूं रातों रात बाहर नहीं कढ सकदा कोई। घट्टो घट 5-10 साल जे कोई सरकारां सही फैसले कर, सही रस्ते ते चल, तां पंजाब अज की स्थिति दे विचों बाहर निकल सकता है। चाहे पंजाब के कर्जे की हालात है, पंजाब का अर्थचारा है, या पंजाब के विच जिहड़े नौजवान बच्चे ने जिहड़े बाहर भज रहे हैं, किन्ने ही अनेक मसले ने, इन्हां ते जिहड़ा है बहुत कुछ जिहड़े फैसले वो करन दी लोड़ है। तो मैं एक बेनती करदा कि जिहड़े तुसीं श्रोमणी अकाली दल जिहड़ा साडा पुराना श्रोमणी अकाली दल है, जिहदे विच मैं समझदा पंजाब की बहुत बड़ी देन है, जिहड़े उसको प्यार कर रहे हैं कि सारे श्रोमणी अकाली दल संयुक्त के नाल जुड़ो। उन्हां कोले नां तां हो सकदा है पर विचारधारा नहीं है। जिहड़े अज आपदे आप नूं अकाली दल बादल कह लो या जिन्हां कोल तकड़ी निशान है, वो आपदे आप नूं अकाली कह सकते हैं, पर उन्हां दी विचारधारा नहीं है। असीं उस विचारधारा दे पहरा देवांगे। विश्वास तुहानूं अज मैं दवा के इत्थे जाना। तुहाडा सारिआं दा इत्थे आउण ते बहुत बहुत धन्नवाद ते आस करदा कि पंजाब दे वधिया भविख लई, पंजाब की खुशहाली लई, तरक्की लई तुसीं सारे एकजुट होकर जिहड़ा सानूं सहयोग देओगे। तो जे कोई शब्द कोई ऐसा कहा गया हो जिहड़ा किसी नूं चंगा ना लग्या होवे या किसी की शान के खिलाफ होवे, उस गल की मैं माफ़ी चाहुंदा। ते नाले जो साडे इत्थे किसान जथेबंदियां दे भी आगू सभान कई बैठे हैं, उन्होंने मैं खास तौर पर उन्होंने सारी संगत नूं इस गल की बधाई देना कि थोड़ी मेहनत दे करके अज सिख कौम का नाम बहुत उच्चा होया। असीं देश की सरकार पिछले जिहड़े 7 सालों तो जिहड़ी किसी दे गल नहीं सी मनदी, वो तुसीं उहनूं झुका के अपनी गल बनाई है। अज पूरे दुनिया के तुहाडा नाम है, तुसीं दुबारे पंजाब का नाम रोशन किया है। इस गल लई तुसीं सारे बधाई दे पात्र हो। तो श्रोमणी अकाली दल संयुक्त पहले दिन तो नाल खड़े है ते नाल किसानी के नाल खड़ा रहेगा। चाहे ढींडसा साहब ने आपका वापस किया पद्म भूषण, चाहे ढींडसा साहब ने सब तो पहला किसी नेता ने इसके विरोध चिट्ठी लिखी, सरदार सुखदेव सिंह ढींडसा ने लिखी, अते असीं सब तो पहला गिरफ्तारी ने दिल्ली जाके दी तो श्रोमणी अकाली दल संयुक्त वालों दी। तो असीं हमेशा इन्हां मुद्दों ते पंजाब की किसानी के नाल, पंजाब के मजदूर के नाल, उन्हां दे हक्कां लई श्रोमणी अकाली दल संयुक्त खड़िया ते खड़ा रहेगा। तुहाडा सारिआं दा फिर मैं बहुत बहुत धन्नवाद
ਧੰਨਵਾਦ ਕਰਦਾ ਖਾਸ ਤੌਰ ਤੇ ਗੁਰਸੇਵਕ ਸਿੰਘ ਉਹਨਾਂ ਦੇ ਸਾਰੇ ਸਾਥੀਆਂ ਦਾ ਤੇ ਇਹਨਾਂ ਨੂੰ ਬੇਨਤੀ ਵੀ ਕਰਦਾ ਤੁਸੀਂ ਤਕੜੇ ਹੋ ਕੇ ਤੁਸੀਂ ਹੋਰ ਕੰਮ ਕਰੋ ਤੇ ਆਪਾਂ ਜਿਹੜਾ ਹੈ ਇੱਥੇ ਵਧੀਆ ਇਸ ਇਲਾਕੇ ਦੇ ਵਿੱਚ ਤੁਸੀਂ ਜਿਹੜਾ ਹੈ ਦਰਦ ਦੇਣ ਦੀ ਸਮਰੱਥਾ ਰੱਖਦੇ ਹੋ ਤੁਸੀਂ ਤਕੜੇ ਹੋ ਕੇ ਕੰਮ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਹਣੀ ਸੰਗਤ